ਆਦ ਕੀਆਂ ਕਥਾ ਕਹਾਣੀਆਂ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਸ ਪਿਆਰੇ ਸਿਉ ਨੇਹ ਤਿਸ ਆਗੇ ਮਰ ਚੱਲੀਐ। ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ। ਕਾਬਲੇ ਅਦਬ ਪਰਮ ਸਨਮਾਨਯੋਗ ਛਤਰ ਚਵਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਸਦਕਾ ਅੱਜ ਆਪਾਂ ਦੂਸਰੇ ਗੁਰਦੇਵ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਹੁਣਾਂ ਦੇ ਪਾਵਨ ਪਵਿੱਤਰ ਗੁਰਤਾ ਗੱਦੀ ਦਿਵਸ ਦੇ ਸੰਬੰਧ ਵਿੱਚ ਉਸ ਇਤਿਹਾਸ ਦੀ ਸਾਂਝ ਪਾਵਾਂਗੇ। ਤੋ ਕਰੋ ਕਿਰਪਾ ਬਖਸ਼ੋ ਅਸੀਸ। ਵਿਚਾਰਾਂ ਦੀ ਪ੍ਰਾਰੰਭਤਾ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਹੁਣਾਂ ਦੇ ਪਾਵਨ ਪਵਿੱਤਰ ਜੀਵਨ ਦੇ ਜਦੋਂ ਅਸੀਂ ਦਰਸ਼ਨ ਕਰਦੇ ਹਾਂ ਤਾਂ ਸਤਿਗੁਰਾਂ ਦਾ ਪ੍ਰਕਾਸ਼ ਮੁਕਤਸਰ ਸਾਹਿਬ ਦੀ ਧਰਤੀ ਦੇ ਨਜ਼ਦੀਕ, ਜਿਸ ਨੂੰ ਨਾਂਗੇ ਦੀ ਸਰਾਂ ਕਿਹਾ ਜਾਂਦਾ, ਉਹਦੇ ਤੋਂ ਬਾਅਦ ਫਿਰ ਮੱਤੇ ਦੀ ਸਰਾਂ ਜਿਹੜਾ ਹੈ ਸ਼ਬਦ, ਤੇ ਹੁਣ ਅਸੀਂ ਉਸ ਨੂੰ ਸਰਾਏ ਨਾਗਾ, ਉਸ ਧਰਤੀ ਦੇ ਉੱਤੇ ਬਾਬਾ ਫੇਰੂ ਮੱਲ ਜੀ, ਜਿਨ੍ਹਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਵਿੱਚ ਵੀ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪਿਤਾ ਜੀ ਹੋਣਾ ਦਾ ਨਾਮ ਆਇਆ। ਤਾਂ ਸਤਿਗੁਰੂ ਮਹਾਰਾਜ ਜੀ ਜਿੱਥੇ ਪਰਿਵਾਰ ਦੇ ਵਿੱਚ ਸਨਾਤਨ ਮੱਤ ਦਾ ਪ੍ਰਭਾਵ ਔਰ ਉਹਨਾਂ ਦਾ ਤੀਰਥ ਯਾਤਰਾ, ਦੇਵੀ ਦੇ ਦਰਸ਼ਨਾਂ ਨੂੰ ਜਾਣਾ, ਇਹ ਕਾਰਜ ਸਮਾਂ ਪਾ ਕੇ ਉਹਨਾਂ ਦੇ ਪਿਤਾ ਜੀ, ਕਿਉਂਕਿ ਜਿਹੜਾ ਤਖਤ ਮੱਲ ਚੌਧਰੀ ਹੈ ਸਰਾਏ ਨਾਗਾ ਦਾ, ਉਸ ਮੱਤੇ ਦੀ ਸਰਾਂ ਦਾ, ਉਹਨਾਂ ਦੇ ਕੋਲ ਉਹ ਮਨੀਮੀ ਦਾ, ਜਿਵੇਂ ਕਲਰਕ ਕਹਿ ਦਿੰਦੇ ਹਾਂ, ਮੁਨਸ਼ੀ ਦੇ ਤੌਰ 'ਤੇ ਲਿਖਤ ਪੜ੍ਹਤ ਦਾ, ਹਿਸਾਬ ਕਿਤਾਬ ਦਾ, ਲੇਖੇ ਜੋਖੇ ਦਾ ਕੰਮ ਕਰਦੇ ਸਨ। ਪਰ ਕਿਸੇ ਕਾਰਨ ਕਰਕੇ ਕੋਈ ਹਿਸਾਬ ਕਿਤਾਬ ਵਿੱਚ ਗਲਤੀ ਰਹਿ ਗਈ ਅਤੇ ਉਹਦਾ ਇਲਜ਼ਾਮ ਲੱਗ ਗਿਆ ਉਹਨਾਂ 'ਤੇ। ਉਹਨਾਂ ਦੀ ਜਿਹੜੀ ਧੀ ਬੀਬੀ ਵਿਰਾਈ, ਜੋ ਖਡੂਰ ਸਾਹਿਬ, ਉਦੋਂ ਖਹਿਰਿਆਂ ਦਾ ਖਡੂਰ ਵੱਜਦਾ ਸੀ, ਉੱਥੇ ਵਿਆਹੀ ਸੀ। ਉਹਨਾਂ ਵਿੱਚ ਪੈ ਕੇ ਦੁਬਾਰਾ ਹਿਸਾਬ ਕਰਨ ਲਈ ਮਨਾਇਆ ਅਤੇ ਉਹ ਠੀਕ ਨਿਕਲਿਆ। ਪਰ ਉਹਦੇ ਤੋਂ ਬਾਅਦ ਉਹਨਾਂ ਨੇ ਫਿਰ ਆ ਕੇ ਇਹ ਕਾਰਜ ਛੱਡ ਕੇ ਹੁਣ ਕੋਈ ਹੱਟੀ ਕਿਰਤ ਕਰਨ ਦਾ ਯਤਨ ਕੀਤਾ। ਤੋ ਜਿਹੜਾ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਰਿਸ਼ਤਾ ਆ ਸਤਿਕਾਰਯੋਗ ਸਾਡੀ ਮਾਤਾ ਖੀਵੀ ਜੀ ਹੋਣਾ ਨਾਲ, ਜਿਨ੍ਹਾਂ ਦਾ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਉਹ ਵੀ ਮਾਤਾ ਵਿਰਾਈ ਨੇ ਹੀ ਕਰਾਇਆ ਸੀ। ਤੋ ਜਦੋਂ ਮੱਤੇ ਦੀ ਸਰਾਂ, ਉਹ ਸਰਾਏ ਨਾਗਾ ਨਗਰ ਉਜੜ ਗਿਆ ਹਮਲੇ ਦੇ ਦੌਰਾਨ, ਉਹਨਾਂ ਫਿਰ ਆ ਕੇ ਸੰਗਰ ਉਸ ਜਗ੍ਹਾ 'ਤੇ ਪਰਚੂਨ ਦਾ, ਕਰਿਆਨੇ ਦਾ ਕੰਮ, ਹੱਟੀ ਦਾ ਕੀਤਾ। ਅਤੇ ਫਿਰ ਉਹਨਾਂ ਨੇ ਉੱਥੇ ਕਾਰਜ ਕਰਦਿਆਂ ਫਿਰ ਉਹ ਖਡੂਰ ਸਾਹਿਬ ਦੀ ਧਰਤੀ, ਜਿਹੜਾ ਪਹਿਲਾਂ ਖਹਿਰਿਆਂ ਦਾ ਖਡੂਰ ਵੱਜਦਾ ਸੀ, ਉੱਥੇ ਆ ਕੇ ਉਹ ਕਾਰਜ ਕਰਨ ਲੱਗ ਪਏ। ਹੁਣ ਉਹ ਜਾਂਦੇ, ਕਿਉਂਕਿ ਪਿਤਾ ਜੀ ਦੀ ਮੌਤ ਹੋ ਗਈ ਬਾਬਾ ਫੇਰੂ ਮੱਲ ਜੀ ਦੀ, ਉਹਨਾਂ ਤੋਂ ਬਾਅਦ ਹੁਣ ਉਹ ਜਥੇ ਦੇ ਨਾਲ ਅਗਵਾਈ ਕਰਦਿਆਂ ਨਾਲ ਜਾਂਦੇ ਤੀਰਥ 'ਤੇ। ਲੇਕਿਨ ਇੱਕ ਹੁੰਦਾ ਹੈ ਕਿ ਬੰਦਾ ਕਰਮ ਕਾਂਡ ਕਰਕੇ ਮਨ ਨੂੰ ਕਹਿ ਦਿੰਦਾ ਠੀਕ ਹੈ, ਹੋ ਗਿਆ। ਇੱਕ ਹੁੰਦਾ ਕਿ ਕੋਈ ਸੰਤੁਸ਼ਟੀ ਲੱਭਣੀ, ਸੈਟਿਸਫੈਕਸ਼ਨ ਹੋਣੀ,
ਤ੍ਰਿਪਤ ਹੋਣਾ ਕਿਸੇ ਚੀਜ਼ ਤੋਂ ਵੀ, ਹਾਂ ਮੈਂ ਜੋ ਕਰ ਰਿਹਾ ਮੈਂ ਇਹ ਠੀਕ ਹੈ। ਲੇਕਿਨ ਉਹਨਾਂ ਦੇ ਅੰਦਰ ਇੱਕ ਖਾਲੀਪਣ। ਤੀਰਥ 'ਤੇ ਗਏ ਅਤੇ ਉੱਥੇ ਉਹਨਾਂ ਨੇ ਫਿਰ ਪੁੱਛਿਆ ਵੀ ਕੋਈ ਐਸੀ ਜੀਵ ਆਤਮਾ, ਕੋਈ ਐਸਾ ਪੂਰਨ ਪੁਰਖ ਜਿਹੜਾ ਆਪ ਮਿਲਿਆ ਹੋਵੇ ਅਤੇ ਸਾਨੂੰ ਮਿਲਾ ਸਕਦਾ ਹੋਵੇ। ਉੱਥੇ ਜਨਮ ਸਾਖੀ ਦੇ ਬੋਲ ਨੇ ਵੀ ਗੁਰੂ ਸਾਹਿਬ ਜੀ ਲਈ ਸ਼ਬਦ ਵਰਤਿਆ ਕਿ ਇੱਕ ਤਪਾ ਨਾਨਕ ਮੁਸ਼ਕਿਆ ਹੈ। ਜਿਵੇਂ ਕੋਈ ਫੁੱਲ ਖਿੜਿਆ ਹੁੰਦਾ ਨਾ ਅਤੇ ਉਹਦੀ ਖੁਸ਼ਬੂ ਹੁੰਦੀ ਹੈ, ਇਸੇ ਤਰ੍ਹਾਂ ਉਹਦੀ ਅਰਾਧਨਾ ਵਾਲੇ ਦੇ ਜੀਵਨ ਦੇ ਵਿੱਚੋਂ ਵੀ ਸੁਗੰਧੀ। ਸੁਣਿਆ, ਵਾਪਸ ਆਏ ਆਪਣੇ ਘਰ ਜਦੋਂ, ਲੇਕਿਨ ਕੰਮਾਂ ਕਾਜਾਂ ਦੀ ਕਹਾਣੀ ਉਹਦੇ ਵਿੱਚ ਫਿਰ ਇਸ ਤਰ੍ਹਾਂ ਗਵਾਚ ਗਏ। ਦੂਸਰੀ ਵਾਰ ਉਹਨਾਂ ਨੇ ਭਾਈ ਸਾਹਿਬ ਭਾਈ ਜੋਧ ਜੀ, ਜੋ ਗੁਰੂ ਨਾਨਕ ਮਾਲਕ ਦੇ ਦਰ ਦੇ ਮਹਾਨ ਸਿੱਖ, ਉਹਨਾਂ ਤੋਂ ਅੰਮ੍ਰਿਤ ਵੇਲੇ ਉਹ ਆਸਾ ਕੀ ਵਾਰ ਉਦੋਂ ਪੌੜੀਆਂ ਵਿੱਚ ਹੀ ਸੀ। ਇਹ ਸ਼ਲੋਕ ਬਾਅਦ ਵਿੱਚ ਮਹਾਰਾਜ ਜੀ ਨੇ ਨਾਲ ਅੰਕਿਤ ਕੀਤੇ ਨੇ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਜਦੋਂ ਸੰਪਾਦਨਾ ਕੀਤੀ ਹੈ ਤਾਂ ਉਹ ਆਸਾ ਕੀ ਵਾਰ ਦਾ ਪਾਠ ਕਰ ਰਹੇ ਸੀ ਅਤੇ 21 ਨੰਬਰ ਪੌੜੀ ਜਿਹੜੀ ਜਦੋਂ ਉਹਨਾਂ ਦੇ ਕੰਨੀ ਪਈ ਹੈ ਕਿ ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈਐ ਆਪਣਾ ਸਕਾਲ ਬੁਰੀ ਕਿਉਂ ਘਾਲੀਐ, ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨਿਹਾਲੀਐ, ਜਿਉ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਟਾਲੀਐ, ਕਿਛ ਲਾਹੇ ਉੱਪਰ ਘਾਲੀਐ। ਇਹ ਸਰਵਣ ਕੀਤੀ, ਮਨ ਨੂੰ ਗੁਰੂ ਦੇ ਸ਼ਬਦ ਨੇ ਬੜੀ ਧੂ ਪਾਈ। ਪੁੱਛਿਆ ਇਹ ਕਲਾਮ, ਕਹਿੰਦੇ ਗੁਰੂ ਨਾਨਕ ਸਾਹਿਬ ਜੀ ਦਾ, ਕਿੱਥੇ ਨੇ? ਕਰਤਾਰਪੁਰ ਸਾਹਿਬ ਦੀ ਧਰਤੀ 'ਤੇ। ਔਰ ਉਹਨਾਂ ਨੇ ਇੱਕ ਘਟਨਾ ਹੋਰ, ਕਰਿਆਨੇ ਦਾ ਕੰਮ ਕਰਦੇ ਹੁਣ, ਜੇ ਪਿੰਡਾਂ ਨਗਰਾਂ ਵਿੱਚ ਤੁਹਾਡੇ ਕੋਲੇ ਰੋਜ਼ ਕੋਈ ਜਿਹੜਾ ਬੰਦਾ ਦੁਕਾਨਦਾਰੀ ਕਰਦਾ, ਕੋਈ ਚੀਜ਼ ਲੈਣ ਆਉਂਦਾ, ਪਤਾ ਹੋਵੇ ਵੀ ਇਹ ਲੈ ਕੇ ਵੀ 2 ਦਿਨਾਂ ਦਾ ਸੌਦਾ ਗਿਆ, ਪਰ ਆਇਆ 8-7 ਦਿਨਾਂ ਬਾਅਦ ਇਹ ਪੁੱਛਦਾ ਹੀ ਹੈ ਵੀ ਭਾਈ ਕਿਸੇ ਹੋਰ ਤੋਂ ਲੈਣਾ ਜਾਂ ਕੀ ਗੱਲ ਬਣੀ। ਆਂਦੇ ਭਾਈ ਆਇਆ ਨਹੀਂ ਤੂੰ? ਕਹਿੰਦੇ ਜੀ ਆਉਣਾ ਕੀ ਸੀ, ਕੰਮ ਨਹੀਂ ਮਿਲਿਆ, ਪੈਸੇ ਹੁੰਦੇ ਤਾਂ ਹੀ ਸੌਦਾ ਸੂਤ ਲੈਣ ਆਉਣਾ ਸੀ। ਉਹਨੇ ਜਦੋਂ ਆਟਾ ਪਵਾਇਆ ਨਾ ਅੱਜ, ਕਿਉਂਕਿ ਜਿੰਨੀ ਕੁ ਉਹਦੇ ਕੋਲੇ ਮਾਇਆ ਸੀ, ਅਤੇ ਬਾਬਾ ਲਹਿਣਾ ਜੀ ਦੇ ਰੂਪ ਵਿੱਚ ਉਹਨਾਂ ਨੂੰ ਤਰਸ ਆ ਗਿਆ। ਗੁਰੂ ਅੰਗਦ ਦੇਵ ਪਾਤਸ਼ਾਹ ਨੂੰ 2 ਲੱਖ ਉੱਤੋਂ ਦੀ ਪਾ ਦਿੱਤੇ। ਉਹ ਕਹਿੰਦੇ ਜੀ ਇਹ ਵੱਧ ਕਿਉਂ ਪਾਇਆ? ਕਹਿੰਦੇ ਕੋਈ ਗੱਲ ਨਹੀਂ ਤੂੰ। ਕਹਿੰਦੇ ਨਾ, ਮੇਰੇ ਗੁਰੂ ਨੇ ਮੈਨੂੰ ਸਿਖਾਇਆ ਹੈ ਕਿ ਕਿਰਤ ਕਰਕੇ ਖਾਣਾ ਹੈ, ਮੰਗ ਕੇ ਨਹੀਂ, ਜਿੰਨਾ ਮੇਰਾ ਬਣਦਾ ਓਨਾ ਹੀ ਦਿਓ। ਇੰਨੀ ਗੁਰਬਤ ਦੇ ਵਿੱਚ ਹੁੰਦਿਆਂ ਵੀ ਉਹਨੇ ਆਖਿਆ ਵੀ ਐਸਾ ਗੁਰੂ ਕਿਹਦੇ ਨਾਲ ਜੁੜਿਆ? ਗੁਰੂ ਨਾਨਕ ਸਾਹਿਬ ਜੀ ਚਰਨਾਂ ਨਾਲ। ਉਹਨਾਂ ਨੇ ਜੀਵਨ ਦੀ ਜਾਚ ਸਿਖਾਈ ਔਰ ਉਹ ਜੀਵਨ ਨੂੰ ਵੇਖ ਕੇ ਇਤਨੇ ਪ੍ਰਭਾਵਿਤ ਹੋਏ ਵੀ ਵੰਡ ਕੇ ਛਕਣ ਵਾਲੀ ਬਿਰਤੀ ਮਗਰ ਵੇਖਣ ਗਏ ਘਰ। ਉਹਨਾਂ ਪ੍ਰਸ਼ਾਦਾ ਬਣਾਇਆ, ਛਕਣ ਲੱਗੇ ਸਨ। ਬਾਹਰ ਕੋ ਆ ਕੇ ਸਾਧੂ ਨੇ ਆਵਾਜ਼ ਦੇ ਦਿੱਤੀ, ਸਦਾ ਕੀਤੀ ਵੀ ਭੁੱਖਿਆਂ ਪ੍ਰਸ਼ਾਦਾ ਛਕਾਓ। ਇੱਕ ਪ੍ਰਸ਼ਾਦਾ ਦਿੱਤਾ, ਆਉਂਦੇ ਇੰਨੇ ਨਾਲ ਨਹੀਂ ਕੋਈ ਦੂਜਾ ਦੇ ਦਿੱਤਾ, ਆਪ ਅੱਧੀ ਖਾ ਲਈ। ਇਹੋ ਜਿਹੀ ਬਿਰਤੀ, ਕਿਉਂਕਿ ਉਸ ਗੁਰੂ ਨਾਨਕ ਦੇ ਉਹਨਾਂ ਨੇ ਸੰਗਤ ਕੀਤੀ ਜਿਸ ਦਾਤੇ ਨੇ ਆਖਿਆ ਵੰਡਣ ਦੀ ਭਾਵਨਾ ਹੋਵੇ ਤੇ ਇੱਕ ਤਿਲ ਵੀ ਵੰਡ ਕੇ ਛਕਿਆ ਜਾ ਸਕਦਾ। ਇਹ ਕੁਝ ਵੇਖ ਕੇ ਬੜੀ ਹੈਰਾਨਗੀ ਹੋਈ। ਆਖਿਆ ਇਸ ਵਾਰ ਤੇ ਜਾਣਾ ਹੀ ਜਾਣਾ ਹੈ। ਤਾਂ ਹੁਣ ਜਥੇ ਨਾਲ ਚੱਲੇ ਸਨ, ਦੇਵੀ ਦੇ ਦਰਸ਼ਨ ਨੂੰ ਆਖਿਆ ਇੱਕ ਕਰਤਾਰਪੁਰ ਸਾਹਿਬ ਵੱਲ ਦੀ ਹੋ ਕੇ ਲੰਘਦੇ ਗਏ ਤੇ ਸਾਥ ਨੂੰ ਆਖਿਆ ਇੱਥੇ ਥੋੜ੍ਹੀ ਦੇਰ ਰੁਕੋ, ਮੈਂ ਹੁਣੇ ਗਿਆ ਤੇ ਆਇਆ। ਇੱਧਰੋਂ ਬਾਬਾ ਲਹਿਣਾ ਜੀ ਚੱਲੇ ਆ ਘੋੜੀ 'ਤੇ, ਉੱਧਰੋਂ ਗੁਰੂ ਨਾਨਕ ਸਾਹਿਬ ਜੀ ਅੱਗੋਂ ਚੱਲ ਪਏ। ਜੋ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਲਿਖਿਆ ਨਾ ਕਿ ਗੁਰੂ ਦੀ ਸ਼ਰਨ ਵਿੱਚ ਸ਼ਰਨ ਚਰਨ, ਮਾਲਕ ਦੀ ਸ਼ਰਨ ਵੱਲ ਤੁਰੇਗਾ, ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੈ। ਤਾਂ ਅਸੀਂ ਤੁਰੀਏ ਤਾਂ ਸਹੀ, ਮਾਲਕ ਤੇ ਅੱਗੋਂ ਲੈਣ ਵਾਸਤੇ ਆਉਂਦੇ। ਪੁੱਛਦੇ ਨੇ, ਕਹਿੰਦੇ ਇੱਧਰ ਅੱਗੇ ਗੁਰੂ ਨਾਨਕ ਸਾਹਿਬ ਜੀ ਅੱਗੋਂ। ਤੁਸੀਂ ਇੱਥੋਂ ਇਮੈਜਨ ਕਰੋ ਵੀ ਮਹਾਰਾਜ ਨੇ ਆਮ ਗ੍ਰਸਤੀਆਂ ਪਰਿਵਾਰਕ ਲੋਕਾਂ ਵਾਲੇ ਬਸਤਰ ਪਹਿਨੇ, ਤਾਂ ਹੀ ਤਾਂ ਪਛਾਣੇ ਨਹੀਂ ਗਏ। ਜੇ ਅੱਜ ਵਾਲਾ ਹਿਸਾਬ ਹੁੰਦਾ 5-4 ਮਾਲਾ ਗਲ 'ਚ, ਕੋਈ 1-2 ਗੁੱਟ ਤੇ ਹੋਰ ਨਾਲ ਚੇਲੇ ਚਪਟੇ ਆ ਗਏ ਜੀ ਆ, ਤੇ ਫਿਰ ਤੇ ਬਾਬੇ ਲੈਣੇ ਨੂੰ ਭੁਲੇਖਾ ਲੱਗਣਾ ਹੀ ਨਹੀਂ ਸੀ। ਕਿੰਨੀ ਸਾਦਗੀ। ਆਏ ਤੇ ਪੁੱਛਿਆ ਜੀ ਜਾਣਾ ਹੈ ਗੁਰੂ ਨਾਨਕ ਸਾਹਿਬ ਜੀ ਦੇ ਘਰ। ਕਹਿੰਦੇ ਪੁਰਖਾ ਪੁੱਛਦਾ ਰਹੇਗਾ ਤੇ ਪਹੁੰਚੇਗਾ ਨਹੀਂ। ਆ ਘੋੜੀ ਦੀ ਵਾਗ ਪਕੜਾ, ਲਗਾਮ ਪਕੜਾ, ਮੈਂ ਤੈਨੂੰ ਆਪ ਲੈ ਕੇ ਚੱਲਦਾ, ਛੱਡ ਆਉਣਾ। ਔਰ ਇਹ ਬੜੀ ਵੱਡੀ ਰਮਜ ਦੀ ਬਾਤ ਸੀ।
ਕੇਵਲ ਪੁੱਛਣ ਨਾਲ ਨਹੀਂ, ਗੁਰੂ ਕਿਤੇ ਆਪ ਬਾਂਹ ਪਕੜ ਲਵੇ, ਰਹਿਮਤ ਕਰ ਦੇਵੇ, ਬਖਸ਼ਿਸ਼ ਕਰ ਦੇਵੇ ਤੇ ਉਹਦੇ ਘਰ ਜਾ ਵੜੀਦਾ। ਲੈ ਕੇ ਗਏ, ਆਖਿਆ ਇਹਨੂੰ ਘੋੜੀ ਨੂੰ ਬਾਹਰ ਕਿੱਲੇ ਤੇ ਬੰਨ੍ਹ ਦੇ ਤੇ ਆ ਜਾਏ ਧਰਮਸ਼ਾਲਾ। ਅਗਾਂਹ ਜਾ ਕੇ ਵੇਖਿਆ ਜਿਹੜਾ ਦਾਤਾ ਘੋੜੀ ਦੀ ਲਗਾਮ ਪਕੜ ਕੇ ਨਾਲ ਤੁਰ ਕੇ ਆਇਆ, ਇਹ ਤਾਂ ਉਹੀ ਬੈਠੇ ਨੇ। ਬੜਾ ਵੱਡਾ ਅੰਦਰ ਚਿੰਤਾ ਪੈਦਾ ਹੋਈ ਵੀ ਹੈ, ਇਹ ਤਾਂ ਮੈਂ ਗੁਨਾਹ ਕਰ ਲਿਆ, ਪਾਪ ਸਿਰ ਤੇ ਚੜਾ ਲਿਆ। ਜਿਸ ਕੋਲੋਂ ਬਖਸ਼ਿਸ਼ਾਂ ਲੈਣੀਆਂ ਸਨ ਉਹ ਤੁਰਦੇ ਆਏ ਥੱਲੇ ਤੇ ਮੈਂ ਉੱਚਾ ਹੋ ਕੇ ਘੋੜੀ ਤੇ ਬੈਠਾ ਰਿਹਾ। ਮਹਾਰਾਜ ਨੇ ਅੰਦਰ ਦੀ ਬੁੱਝਦਿਆਂ ਇੱਕ ਵਚਨ ਕਿਹਾ, ਪੁਰਖਾ ਨਾਂ ਕੀ ਹੈ ਤੇਰਾ? ਕਹਿੰਦੇ ਜੀ ਲਹਿਣਾ। ਮਹਾਰਾਜ ਕਹਿੰਦੇ ਤੇਰਾ ਨਾਂ ਲੈਣਾ, ਤੇ ਲਹਿਣੇਦਾਰ ਘੋੜੀਆਂ ਤੇ ਚੜ੍ਹ ਕੇ ਆਉਂਦੇ ਨੇ, ਜਿਨ੍ਹਾਂ ਨੇ ਦੇਣਾ ਹੁੰਦਾ ਹੈ ਉਹ ਅੱਗੋਂ ਲੈਣ ਵਾਸਤੇ ਜਾਂਦੇ ਨੇ। ਜੇ ਤੇਰਾ ਨਾਮ ਹੈ ਲੈਣਾ ਤੇ ਅਸੀਂ ਕੁਝ ਤੇਰਾ ਹੈ ਦੇਣਾ। ਉੱਥੇ ਹੀ ਰਾਤ ਸੰਗ ਨੂੰ ਕਹਿ ਦਿੱਤਾ ਵੀ ਤੁਸੀਂ ਜਾਓ, ਮੈਂ ਨਹੀਂ ਹੁਣ। ਉਹਨਾਂ ਬਥੇਰਾ ਆਖਿਆ ਤੈਨੂੰ ਸਰਾਪ ਲੱਗੂ, ਆ ਕੁਝ ਹੋ। ਕਹਿੰਦਾ ਕੁਝ ਹੋ ਜਾਏ, ਮੈਨੂੰ ਮੰਜ਼ਿਲ ਮਿਲ ਗਈ। ਉੱਥੇ ਹੀ ਰਹਿ ਗਏ। ਕਬੀਰ ਸਤਿਗੁਰ ਸੂਰਮੇ ਬਾਇਆ ਬਾਣ ਜੋ ਏਕ, ਲਾਗਤੀ ਪੋਇ ਗਿਰ ਪਰਿਆ ਪਰਾ ਕਰੇਜੇ ਸ਼ੇਕ। ਰਾਤਰੀ ਦੇ ਸਮੇਂ ਵੇਖਿਆ ਝਾੜੂ ਦੀ ਆਵਾਜ਼ ਹੈ, ਜਿਵੇਂ ਬੰਦੇ ਨੂੰ ਬਗਾਨੀ ਥਾਂ ਤੇ ਨੀਂਦਰ ਨਹੀਂ ਨਾ ਪੈਂਦੀ, ਕਿਵੇਂ ਅਧਮੀਟੇ ਸਨ। ਜਾਗੋ ਮੀਟੇ ਬਾਬਾ ਲਹਿਣਾ ਜੀ। ਬਾਹਰ ਵੇਖਿਆ ਕੋਈ ਜਿੱਥੇ ਸੰਗਤ ਜੋੜੇ ਉਤਾਰਦੀ ਉੱਥੇ ਕੋਈ ਝਾੜੂ ਫੇਰ ਰਿਹਾ, ਲਾਲ ਬਸਤਰ ਪਹਿਨੇ। ਗਾਂਹ ਹੋ ਕੇ ਵੇਖਿਆ ਤੇ ਬਾਬਾ ਲਹਿਣਾ ਜੀ ਕਹਿੰਦੇ ਦੇਵੀ ਮਾਂ ਤੂੰ? ਕਹਿੰਦੇ ਤੂੰ ਲੈਣਿਆ ਇੱਥੇ? ਕਹਿੰਦੇ ਮੈਂ ਗੁਰੂ ਚਰਨਾਂ। ਤੁਸੀਂ ਇੱਥੇ ਕਿਵੇਂ? ਕਹਿੰਦੇ ਸੰਗਤ ਦੀ ਚਰਨ ਧੂੜੇ ਮੈਂ ਜੋ ਲਿਜਾ ਕੇ ਤੁਹਾਨੂੰ ਅੱਗੇ ਵੰਡਦੀ ਹਾਂ, ਤੂੰ ਇੱਥੇ ਕਿਵੇਂ? ਤੂੰ ਤਾਂ ਮੇਰਾ ਭਗਤ। ਉਹਨਾਂ ਆਖਿਆ ਨਹੀਂ, ਜਿਸ ਦਾਤੇ ਦੇ ਦਰ ਤੋਂ ਲਿਜਾ ਕੇ ਸਭ ਕੁਝ ਵੰਡ ਦਿਓ, ਮੈਂ ਹੁਣ ਉਸੇ ਦਾ ਹੀ ਹੋ ਜਾਣਾ। ਛੱਡ ਦਿੱਤਾ ਸਾਰਾ ਪਾਸਾ ਔਰ ਮਾਲਕ ਦੇ ਦਰ ਤੇ, ਕਿਉਂਕਿ 1504 ਦਾ ਪ੍ਰਕਾਸ਼ ਹੈ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦਾ, ਤੇ 1532 ਦੇ ਵਿੱਚ ਉਹ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆਉਂਦੇ। 28 ਸਾਲ ਦੀ ਉਮਰ ਸੀ, ਭਰ ਜਵਾਨੀ ਦੀ, ਜਦੋਂ ਮਹਾਰਾਜ ਦੇ ਚਰਨਾਂ ਵਿੱਚ ਆਉਂਦੇ। ਤੇ ਸਤਿਗੁਰਾਂ ਦੇ ਦਰ ਤੇ 1532 ਤੋਂ ਲੈ ਕੇ 1539 ਤੱਕ ਬਾਬਾ ਲਹਿਣਾ ਜੀ ਦੇ ਰੂਪ ਵਿੱਚ 7 ਸਾਲ ਉਹਨਾਂ ਨੇ ਸੇਵਾ ਕਮਾਈ। ਫਿਰ ਜਦੋਂ ਮਹਾਰਾਜ ਕੋ ਸਾਹਿਬ ਕਹਿੰਦੇ ਇੱਕ ਵਾਰ ਘਰ ਜਾ ਕੇ ਪਰਿਵਾਰ ਨੂੰ ਦੱਸਿਆ, ਕਿਉਂਕਿ ਸਤਿਗੁਰੂ ਆਪ ਗ੍ਰਸਤੀ ਨੇ, ਤੇ ਬੰਦਾ ਗਿਆ ਵਾਪਸ ਘਰ ਨਾ ਮੁੜੇ, ਘਰਦਿਆਂ ਨੂੰ ਪਤਾ ਨਾ ਹੋਵੇ ਉਹਨਾਂ ਤੇ ਕੀ ਬੀਤਦੀ, ਮਹਾਰਾਜ ਜਾਣਦੇ ਆ, ਤਾਂ ਕਰਕੇ ਆਖਿਆ। ਗਏ, ਹੁਣ ਵਾਪਸ ਆਏ ਨੇ। ਬਥੇਰਾ ਮਾਤਾ ਖੀਵੀ ਜੀ ਨੂੰ ਲੋਕਾਂ ਨੇ ਆਖਿਆ ਇਹ ਤਾਂ ਹੁਣ ਸਾਧੂ। ਤੇ ਜਦੋਂ ਬਾਬਾ ਲਹਿਣਾ ਜੀ ਨੂੰ ਪਤਾ ਲੱਗਾ ਵੀ ਇਹਨਾਂ ਦਾ ਮਨ ਡੋਲਿਆ, ਆਖਿਆ ਭਲੀਏ ਉਹ ਕੋਈ ਸੰਨਿਆਸੀ ਨਹੀਂ ਹੈ, ਉਹ ਕੋਈ ਜੰਗਮ ਸਰੇਵੜਾ ਨਹੀਂ ਹੈ ਜਿਹਦੇ ਚਰਨ ਮੈਂ ਪਕੜੇ ਨੇ। ਉਹ ਤਾਂ ਆਪ ਖੁਦ ਪਰਿਵਾਰ ਵਾਲੇ ਆ, ਉਹਨਾਂ ਤੇ ਤਾਂ ਆਪਣੇ ਬੱਚੇ ਨੇ, ਧੀਆਂ। ਉਹ ਆਪ ਪਰਿਵਾਰ ਵਾਲੇ ਆ, ਪਰਿਵਾਰ ਵਿੱਚ ਰਹਿੰਦੇ ਆ। ਇਹ ਉਹ ਕੁ ਜੋਗੀਆਂ ਜੰਗਮਾਂ ਸਰੇਵੜਿਆਂ ਵਾਲਾ ਕੰਮ ਨਾ ਸਮਝ ਵੀ ਕੰਨ ਪਾੜਨਗੇ ਪਾਉਣਗੇ ਮੁੰਦਰਾਂ, ਦੁਬਾਰਾ ਮੈਂ ਤੁਹਾਨੂੰ ਪਛਾਣਨ ਤੋਂ ਨਾ ਕਰ ਦਿਆਂਗਾ। ਨਾ, ਇਹ ਤਾਂ ਬੜਾ ਨਿਰਮਲ ਮਾਰਗ ਹੈ, ਪਰਿਵਾਰ ਵਿੱਚ ਰਹਿੰਦਿਆਂ, ਸੰਸਾਰ ਵਿੱਚ ਰਹਿੰਦਿਆਂ ਨਿਰੰਕਾਰ ਨੂੰ ਪਾਉਣਾ। ਔਰ ਇਹੋ ਹੀ ਨਿਰਮਲਤਾ ਹੀ ਵਿਲੱਖਣਤਾ ਗੁਰੂ ਨਾਨਕ ਦੇ ਘਰ ਦੀ। ਬੜੇ ਪ੍ਰੇਮ ਨਾਲ ਤੋਰਿਆ। ਇੱਕ ਲੂਣ ਦੀ ਛਿੱਟੀ ਜਿਹੜੀ ਆ ਉਹ ਆਪ ਸਿਰ ਤੇ ਰੱਖ ਕੇ ਆਖਿਆ ਨੂੰ ਕਰ ਨਹੀਂ। ਕਹਿੰਦੇ ਹੁਣ ਤਾਂ ਮੈਂ ਖਜ਼ਾਨਾ ਲੱਭਿਆ ਹੋਵੇ ਤੇ ਦੂਜਿਆਂ ਨੂੰ ਕੌਣ ਰਲਾਉਂਦਾ। ਗਏ ਗੁਰੂ ਨਾਨਕ ਸਾਹਿਬ ਜੀ ਖੇਤਾਂ ਵਿੱਚ ਸਨ। ਮਾਤਾ ਜੀ ਨੂੰ ਪੁੱਛਿਆ, ਸੁਲੱਖਣੀ ਜੀ ਹੁਣਾਂ ਨੂੰ, ਕਿੱਥੇ ਨੇ? ਮਹਾਰਾਜ ਕਹਿੰਦੇ ਖੇਤ ਨੇ ਪੁੱਤਰ, ਬੈਠ ਜਾ, ਆ ਜਾਂਦੇ ਆ। ਸੋਹਣੇ ਕੱਪੜੇ ਪਾਏ ਸਨ, ਉਡੀਕ ਨਹੀਂ ਹੋਈ ਜਦੋਂ ਅੰਦਰ ਖਿੱਚ ਹੋਵੇ। ਕਹਿੰਦੇ ਮੈਨੂੰ ਦੱਸੋ, ਮੈਂ ਖੇਤੀ ਚਲੀ ਜਾਣਾ। ਖੇਤਾਂ ਚਲੇ ਗਏ। ਉੱਥੇ ਨਦੀਨ ਕੱਢਿਆ ਜਾ ਰਿਹਾ ਸੀ। ਮਹਾਰਾਜ ਨੇ ਜੇ ਸਾਨੂੰ ਆਖਿਆ ਨਾ ਕਿਰਤ ਕਰੋ ਸਾਹਿਬ, ਆਪ ਕਰਦੇ। ਆਖਿਆ ਮਹਾਰਾਜ ਮੈਨੂੰ ਵੀ ਦੱਸੋ, ਮੈਂ ਵੀ ਕਰਾਂ। ਨਦੀਨ ਕੱਢਣ ਲੱਗੇ ਤੇ ਕਰੀ ਕੀ ਜਾਣ, ਨਦੀਨ ਛੱਡੀ ਜਾਣ। ਜਿਹੜਾ ਫਸਲ ਦਾ ਬੂਟਾ ਸੀ ਉਹ ਪੁੱਟ ਕੇ ਬਾਹਰ, ਕੰਮ ਨਹੀਂ ਸੀ ਇਹੋ ਜਿਹਾ ਕੀਤਾ ਕਦੇ। ਤੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਮੁਸਕਰਾ ਕੇ ਕਹਿੰਦੇ ਲੈਣਿਆ ਆ ਜਾ ਭਾਈ, ਤੂੰ ਰਹਿਣ ਦੇ। ਆਖਿਆ ਮਹਾਰਾਜ ਕਿਉਂ? ਕਹਿੰਦੇ ਭਾਈ ਤੂੰ ਜੋ ਪੁੱਟਣਾ ਹੈ ਉਹ ਛੱਡੀ ਜਾਣਾ, ਜੋ ਛੱਡਣਾ ਰੱਖਣਾ ਹੈ ਉਹ ਪੁੱਟੀ ਜਾਣਾ। ਉਹਨਾਂ ਨੇ 2 ਸਵਾਲ ਕੀਤੇ। ਕਹਿੰਦੇ ਮਹਾਰਾਜ ਜਿਹੜਾ ਇਹ ਪੁੱਟ ਰਹੇ ਆ, ਜੇ ਪੁੱਟਣਾ ਹੀ ਸੀ ਤੇ ਇਹ ਪਹਿਲਾਂ ਉਗਾਇਆ ਕਿਉਂ, ਲਾਇਆ ਕਿਉਂ, ਬੀਜਿਆ ਕਿਉਂ? ਮਹਾਰਾਜ ਮੁਸਕਰਾ ਕੇ ਕਹਿੰਦੇ ਨੇ ਲੈਣਿਆ ਇਹ ਬੀਜਿਆ ਨਹੀਂ, ਇਹ ਆਪਣੇ ਆਪ ਉਗਿਆ। ਤੇ ਜਿਹੜਾ ਕੰਮ ਤੂੰ ਕਰ ਰਿਹਾ ਨਾ, ਜੋ ਛੱਡਣਾ ਉਹ ਪੁੱਟ ਰਿਹਾ, ਜੋ ਪੁੱਟਣਾ ਉਹ ਛੱਡ ਰਿਹਾ, ਇਹ ਸਾਰੀ ਦੁਨੀਆ ਕਰਦੀ ਹੈ।
ਜਿਹੜੇ ਭਲੇ ਗੁਣ ਜੀਵਨ ਵਿੱਚ ਵਸਾਉਣੇ ਆ ਉਹਨਾਂ ਨੂੰ ਲੋਕ ਪੁੱਟ-ਪੁੱਟ ਕੇ ਬਾਹਰ ਸੁੱਟਦੇ ਆ। ਦਇਆ, ਧੀਰਜ, ਧਰਮ, ਨਿਮਰਤਾ, ਹਲੀਮੀ, ਹਿਰਦੇ ਦੀ ਗਰੀਬੀ, ਇਹ ਨਹੀਂ ਨੇੜੇ ਆਉਣ ਦੇ, ਨੂੰ ਪੁੱਟ ਕੇ ਬਾਹਰ ਸੁੱਟਦੇ। ਹਉਮੈ, ਹੰਕਾਰ, ਕਾਮ, ਕ੍ਰੋਧ, ਲੋਭ ਇਹ ਅੰਦਰ ਸਾਂਭ ਰੱਖਦੇ। ਤੇ ਪਰਮੇਸ਼ਰ ਦਾ ਨਾਮ, ਉਹਦੀ ਯਾਦ ਉਹ ਜਪਣਾ ਪੈਂਦਾ ਹੈ। ਔਗਣ ਜਿਹੜੇ ਨੇ ਉਹਨਾਂ ਨੂੰ ਆਵਾਜ਼ ਨਹੀਂ ਦੇਣੀ ਪੈਂਦੀ, ਇਹ ਤਾਂ ਘਾਹ ਬੂਟ ਦੀ ਤਰ੍ਹਾਂ ਆਪੇ ਉੱਗ ਪੈਂਦੇ। ਸਿਰ ਤੇ ਪੰਡ ਝੁਕਾ ਦਿੱਤੀ, ਨੁੱਚੜਦੇ ਗਾਰੇ ਦੇ ਨਾਲ ਜਦੋਂ ਘਰ ਪਰਤੇ ਮਾਤਾ ਸੁਲੱਖਣੀ ਜੀ ਵੇਖ ਕੇ ਆਂਦੇ ਤੁਸੀਂ ਆਉਂਦੇ ਨੂੰ ਹੀ ਆ ਵਿਚਾਰੇ ਦੇ ਕਿੱਡੇ ਸੋਹਣੇ ਕੱਪੜੇ, ਆ ਕੁਝ ਸਾਰੇ ਲਿਬੜ ਗਏ। ਤੇ ਮਹਾਰਾਜ ਕਹਿੰਦੇ ਨੇ ਭਲੀਏ ਇਹ ਪੰਡ ਇਹੋ ਹੀ ਚੁੱਕ ਸਕਦਾ ਹੈ, ਹੋਰ ਕਿਸੇ ਵਿੱਚ ਤਾਕਤ ਨਹੀਂ, ਔਰ ਇਹਦੇ ਤਨ ਤੇ ਚਿੱਕੜ ਨਹੀਂ, ਇਹ ਤਾਂ ਕੇਸਰ ਦੇ ਛੱਟੇ ਨੇ। ਮਹਾਰਾਜ ਨੇ ਰਮਜ ਵਿੱਚ ਬਚਨ ਕਿਹਾ। 7 ਸਾਲ ਜਿਹੜੀ ਉਹਨਾਂ ਨੇ ਸੇਵਾ ਕੀਤੀ, ਜੇ ਮਹਾਰਾਜ ਨੇ ਆਖਿਆ ਨਾ ਰਾਤ ਨੂੰ ਵੀ ਦੇਣੇ ਆ, ਦੁਪਹਿਰ ਹੈ ਤਾਂ ਉਹਨਾਂ ਦੇਣੀ ਆਖਿਆ। ਔਰ ਗੁਰੂ ਦਾ ਹੁਕਮ ਹੀ ਇਹ ਹੈ, ਜੇ ਆਸਾ ਕੀ ਵਾਰ ਵਿੱਚ ਆਪਾਂ ਇਹ ਬਚਨ ਪੜ੍ਹਦੇ ਨੇ, ਚਾਕਰ ਲੱਗੇ ਚਾਕਰੀ, ਜੇ ਚੱਲੇ ਖਸਮੇ ਪਾਏ, ਹੁਰਮਤ ਤਿਸ ਨੂੰ ਅਗਲੀ, ਉਹ ਵਜੋਂ ਪੇ ਦੂਣਾ ਖਾਏ। ਪਰ ਜੇ ਉਹ ਚਾਕਰ ਲੱਗੇ ਚਾਕਰੀ, ਨਾਲੇ ਗਾਰ ਵਿਵਾਦ, ਗੱਲਾਂ ਕਰੇ ਕਨੇਰੀਆਂ, ਕਹਿੰਦੇ ਖਸਮ ਨਾ ਪਾਏ ਸਾਧ। ਔਰ ਗੁਰੂ ਤੋਂ ਬਗੈਰ ਜੀਵਨ ਵਿੱਚ ਚੰਨ ਨਹੀਂ ਹੋ ਸਕਦਾ। ਗੁਰੂ ਅੰਗਦ ਦੇਵ ਪਾਤਸ਼ਾਹ ਨੇ ਆਪ ਕਹਿ ਦਿੱਤਾ, ਜੇ ਸੋ ਚੰਦਾ ਉਗਮੈ ਸੂਰਜ ਚੜ੍ਹੈ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਤੇ ਮਹਾਰਾਜ ਜੀ ਤਰੁੱਠੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੀਆਂ ਸੇਵਾਵਾਂ ਤੋਂ। 7 ਸਾਲ ਜਿਨ੍ਹਾਂ ਨੇ ਸੇਵਾ ਕਮਾਈ, ਅਖੀਰਲਾ ਵੇਲਾ ਆਇਆ। ਗੁਰੂ ਨਾਨਕ ਸਾਹਿਬ ਮਹਾਰਾਜ ਚਾਹੇ ਉਹ ਗੰਦਗੀ ਦੇ ਵਿੱਚੋਂ ਕਟੋਰਾ ਕੱਢਣ ਦੀ ਗੱਲ ਹੋਵੇ, ਧਰਮਸ਼ਾਲਾ ਦੇ ਵਿੱਚੋਂ ਮਰੀ ਹੋਈ ਚੂਹੀ ਬਾਹਰ ਸੁੱਟਣ, ਜਿਹਨੂੰ ਕਿਹਾ ਜਾਂਦਾ ਸੀ ਵੀ ਤੇ ਸ਼ੂਦਰਾਂ ਦੇ ਕੰਮ ਨੇ, ਕਿੱਕਰ ਨੂੰ ਹਲੂਣਾ ਦੇ ਕੇ ਮਠਿਆਈਆਂ ਦੀ ਬਾਤ ਹੋਵੇ, ਜਿੰਨੇ ਵੀ ਬਚਨ ਬਸ ਹਰ ਵਕਤ ਸੱਤ ਕੀਤਾ ਵੀ ਜੋ ਮਹਾਰਾਜ ਕਹਿੰਦੇ ਸੱਤ ਹੀ ਸੱਤ ਹੈ। ਉਹਦੇ ਤੋਂ ਬਾਅਦ ਜਦੋਂ ਅਖੀਰਲਾ ਮਹਾਰਾਜ ਨੇ ਇਹੋ ਜਿਹਾ ਵੇਸ ਬਣਾਇਆ, ਹੱਥ ਵਿੱਚ ਡੰਡਾ ਲੈ ਲਿਆ, ਕੁਝ ਕੂਕਰ ਲੈ ਚੱਲੇ ਨੇ, ਕੁਝ ਮਾਇਆ ਸੁੱਟੀ, ਕਿ ਕੁਝ ਡੰਡੇ ਦੀ ਮਾਰ ਤੋਂ ਡਰਦੇ ਭੱਜ ਗਏ, ਕੁਮਾਇਆ ਲੈ ਕੁਝ, ਪਰ ਬਾਬਾ ਲਹਿਣਾ ਜੀ ਮਗਰ ਹੀ ਨੇ। ਆਖਿਆ ਪੁਰਖਾ ਤੂੰ ਨਹੀਂ ਗਿਆ, ਸਭ ਆਪੋ ਆਪਣੇ ਘਰਾਂ ਨੂੰ ਮੁੜ ਗਏ, ਪਿਛਾਂ ਚਲੇ ਗਏ। ਮਹਾਰਾਜ ਜਿਨ੍ਹਾਂ ਦਾ ਕੋਈ ਪਿੱਛੇ ਸੀ, ਜਿਨ੍ਹਾਂ ਨੂੰ ਆਸ ਸੀ, ਉਹ ਮੁੜ ਗਏ। ਮੇਰਾ ਤਾਂ ਤੇਰੇ ਤੋਂ ਬਗੈਰ ਦੂਜਾ ਹੈ ਹੀ ਕੋਈ ਨਹੀਂ, ਮੈਂ ਕਿੱਥੇ ਜਾਵਾਂ। ਸਤਿਗੁਰੂ ਮਹਾਰਾਜ ਕਹਿੰਦੇ ਐਡਾ ਭਰੋਸਾ ਜੋ ਮਹਾਰਾਜ ਨੇ ਗੁਰਤਾ ਗੱਦੀ ਤੇ ਬੈਠ ਕੇ ਫਿਰ ਇਹ ਬਚਨ ਸ਼ਲੋਕ ਉਚਾਰਿਆ ਨਾ, ਕਿਸੀ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ, ਕਿਉਂ ਨਾ ਮਰੀਜੈ ਰੋਏ ਜਾਂ ਲਗ ਚਿੱਤ ਨਾ ਆਵੇ। ਸਾਹਿਬ ਕਹਿੰਦੇ ਐਡੀ ਪ੍ਰਤੀਤ ਹੈ, ਤਾਂ ਆ ਫਿਰ ਜੰਗਲ ਦੇ ਵਿੱਚ ਬਸਤਰ ਪਿਆ ਹੋਇਆ, ਉੱਤੇ ਸਿੜੀ ਹੈ, ਕਹਿੰਦੇ ਲੈ ਫਿਰ ਮੁਰਦਾ ਖਾ। ਔਰ ਗੁਰੂ ਦੇ ਅੱਗੇ ਜੀਵਨ ਅਰਪਣ ਕਰਨਾ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਗੁਰੂ ਦਾ ਸੇਵਕ ਹੋਣਾ। ਤੇ ਵੇਖ ਕੇ ਕਹਿੰਦੇ ਉਹਦੇ 4 ਚਫੇਰੇ ਗੇੜੇ ਕੱਢਣ ਲੱਗੇ। ਤੇ ਮਹਾਰਾਜ ਕਹਿੰਦੇ ਹੁਣ ਖਾਂਦਾ ਕਿਉਂ ਨਹੀਂ? ਸਤਿਗੁਰੂ ਉਡੀਕ ਪਿਆ ਕਰਦਾ, ਦੱਸੋ ਸਿਰ ਵਾਲੇ ਪਾਸਿਓਂ ਸ਼ੁਰੂ ਕਰਾਂ ਕਿ ਚਰਨਾਂ ਵਾਲੇ ਪਾਸਿਓਂ ਸ਼ੁਰੂ ਕਰਾਂ? ਮਹਾਰਾਜ ਕਹਿੰਦੇ ਜਿਹੜੇ ਪਾਸਿਓਂ ਮਰਜ਼ੀ ਸ਼ੁਰੂ ਕਰ ਦੇ। ਚਾਦਰ ਚੁੱਕੀ ਤੇ ਤਾਂ ਇੱਕ ਸਵੱਟੀ ਸੀਕੜਾ ਪ੍ਰਸ਼ਾਦੀ ਤੇਗ ਹੈ। ਮਹਾਰਾਜ ਜੀ ਫਿਰ ਅੱਜ ਮੇਹਰਾਂ ਦੇ ਘਰ ਵਿੱਚ ਆਏ, ਕਿਰਪਾ ਦੇ ਘਰ ਵਿੱਚ ਆਏ, ਫੈਸਲਾ ਕਰ ਦਿੱਤਾ ਕਿ ਗੁਰਤਾ ਗੱਦੀ ਦੀ ਦਾਤ ਬਾਬਾ ਲਹਿਣਾ ਜੀ ਹੁਣਾਂ ਨੂੰ ਬਖਸ਼ਿਸ਼ ਕੀਤੀ। ਔਰ ਸਤਿਗੁਰਾਂ ਨੇ ਆਪਣੀ ਹਯਾਤੀ ਦੇ ਵਿੱਚ ਥਾਪਿਆ ਲਹਿਣਾ ਜੀਵਨ ਦੇ, ਗੁਰਿਆਈ ਸਿਰ ਛਤਰ ਫਿਰਾਇਆ, ਆਪਣੇ ਸਰੀਰ ਚੋਲੇ ਵਿੱਚ ਹੁੰਦਿਆਂ ਜੋਤੀ ਜੋਤ ਮਿਲਾਏ ਕਹਿ, ਸਤਿਗੁਰ ਨਾਨਕ ਰੂਪ ਵਟਾਇਆ। ਬਸ ਰੂਪ ਹੀ ਵਟਾਇਆ ਹੈ, ਲੱਖ ਨਾ ਕੋਈ ਸਕਈ ਅਚਰਜੇ ਅਚਰਜ ਦਿਖਾਇਆ, ਨਾਲ ਕਹਿੰਦੇ ਕਾਇਆ ਪਲਟ ਸਰੂਪ ਬਣਾਇਆ। ਔਰ ਉਹਨਾਂ ਨਾਲ ਕਹਿ ਦਿੱਤਾ ਕਿ ਤੁਸੀਂ ਹੁਣ ਖਡੂਰ ਸਾਹਿਬ ਦੀ ਧਰਤੀ ਤੇ ਜਾਣਾ। ਫੇਰ ਵਸਾਇਆ ਫੇਰੂ ਆਣ ਸਤਿਗੁਰ ਖਾਡੂਰ। ਮਹਾਰਾਜ ਉਸ ਪਾਵਨ ਧਰਤੀ ਦੇ ਉੱਤੇ, ਔਰ ਇਹ ਦਾਤ ਇਸ ਤਰ੍ਹਾਂ ਵਰਤੀ, ਕਹਿੰਦੇ ਥਾਪਿਆ ਲਹਿਣਾ ਜੀਵਨ ਦੇ, ਆਪਣੀ ਹਯਾਤੀ ਦੇ ਵਿੱਚ ਉਹਨਾਂ ਨੂੰ ਇਹ ਦਾਤ ਦਿੱਤੀ। ਔਰ ਦੁਨੀਆ ਕਹਿੰਦੀ ਹੈ ਵੀ ਇਹ ਕੀ ਕੀਤਾ, ਜਦੋਂ ਅੱਜ ਸਤਿਗੁਰਾਂ ਨੇ ਆਪਣੇ ਸੇਵਕ ਦੇ ਚਰਨਾਂ ਤੇ ਮੱਥਾ ਰੱਖ ਕੇ ਨਤਮਸਤਕ ਹੋ ਕੇ ਉਹਨਾਂ ਨੂੰ ਤਖਤ ਦੇ ਮਾਲਕ ਬਣਾ ਦਿੱਤਾ। ਉਲਟੀ ਗੰਗ ਵਹਾਇਓਨ ਦੁਨਿਆਈ ਆਖੈ ਕਿ ਕਿਉਣ, ਕਹਿੰਦੇ
ਮਹਾਰਾਜ ਸੱਚੇ ਪਾਤਸ਼ਾਹ ਨੇ ਐਸੀ ਕਿਰਪਾ ਕੀਤੀ, ਗੁਰ ਅੰਗਦ ਦੀ ਦੋਹੀ ਫਿਰਾਈ, ਉਹਨਾਂ ਦੀ ਵਡਿਆਈ ਪ੍ਰਗਟ ਕਰ ਦਿੱਤੀ। ਕੁੰਦਨ ਦੇ ਵਿੱਚ ਕਹਿੰਦੇ ਉਹਨਾਂ ਨੂੰ ਮਾਨੋ ਕੁਠਾਲੀ ਦੇ ਵਿੱਚ ਪਾ ਕੇ ਇਹੋ ਜਿਹਾ ਢਾਲਿਆ, ਉਹਨਾਂ ਨੂੰ ਆਪਣਾ ਆਂਗੀ ਬਣਾ ਲਿਆ। ਔਰ ਇਹ ਗੁਰੂ ਘਰ ਦੀ ਚਾਲ ਨਹੀਂ ਤੇ ਅਕਸਰ ਹੁੰਦਾ ਸੀ ਕਿ ਜੋ ਪਿਤਾ ਦਾ ਹੈ ਉਹ ਪੁੱਤਰਾਂ ਦਾ ਹੈ, ਪਰ ਇਹ ਰੂਹਾਨੀਅਤ ਦੀ ਦਾਤ ਸੀ। ਇਸੇ ਕਰਕੇ ਦੁਨਿਆਵੀ ਧਨ ਦੌਲਤ ਜਾਂ ਜੋ ਵੀ ਜਾਇਦਾਦ ਸੀ ਉਹਦੇ ਮਾਲਕ ਦੁਨਿਆਵੀ ਪੁੱਤਰ ਬਣੇ, ਲੇਕਿਨ ਇਹ ਦਾਤ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੂੰ, ਜਿਨ੍ਹਾਂ ਨੂੰ ਤਖਤ ਦੀ ਦਾਤ ਮਹਾਰਾਜ ਜੀ ਨੇ ਆਪ ਦਿੱਤੀ। ਫਿਰ ਸਾਹਿਬਾਂ ਨੇ ਖਡੂਰ ਸਾਹਿਬ ਦੀ ਧਰਤੀ ਤੇ ਬਖਸ਼ਿਸ਼ਾਂ ਕੀਤੀਆਂ। ਦਿੱਤਾ ਛੋੜ ਕਰਤਾਰਪੁਰ, ਬੈਠ ਖਡੂਰੇ ਜੋਤ ਜਗਾਈ। ਖਡੂਰ ਸਾਹਿਬ ਦੀ ਧਰਤੀ ਤੇ ਫਿਰ ਉਹ ਰਹਿਮਤਾਂ ਵਰਤੀਆਂ ਔਰ ਮਹਾਰਾਜ ਜੀ ਨੇ ਜੋ 63 ਸ਼ਲੋਕ ਉਚਾਰਨ ਕੀਤੇ, ਗੁਰਬਾਣੀ ਵਿੱਚ ਆਪਾਂ ਦਰਸ਼ਨ ਕਰਦੇ ਹਾਂ। ਸਤਿਗੁਰਾਂ ਦੀਆਂ ਉਹਨਾਂ ਬਖਸ਼ਿਸ਼ਾਂ ਨੂੰ ਮਾਣਦੇ ਹਾਂ। ਆਪ ਸੰਗਤ ਜੀ ਨੂੰ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਗੁਰਤਾ ਗੱਦੀ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ, ਵਧਾਈਆਂ ਹੋਣ ਜੀ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।